ਪੰਜਾਬ ਦੇ ਵਿੱਚ ਸਟ੍ਰਾਈਕ ਹੋਈ ਹੈ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਗੱਲ ਕਰੀਏ ਤੇ ਇੱਥੇ ਵੀ ਸਾਰੇ ਦਫ਼ਤਰ ਜਿਹੜੇ ਆ ਪੈਨ ਡਾਊਨ ਸਟ੍ਰਾਈਕ ਤੇ ਚਲੇ ਗਿਆ ਕਰਮਚਾਰੀ। ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਈਏ ਅਸੀਂ ਤਹਿਸੀਲ ਕੰਪਲੈਕਸ ਦੇ ਅੰਦਰ ਹੈਗੇ ਜਿੱਥੇ ਜਿੰਨੇ ਵੀ ਕਰਮਚਾਰੀ ਹੈਗੇ ਆ ਸਾਰਿਆਂ ਦੀ ਜਿਹੜੀ ਸਟ੍ਰਾਈਕ ਹੈਗੀ ਪੈਨ ਡਾਊਨ ਸਟ੍ਰਾਈਕ ਕੀਤੀ ਹੈ। ਕੋਈ ਵੀ ਕੰਮ ਇੱਥੇ ਨਹੀਂ ਹੋਊਗਾ ਕਿਉਂਕਿ ਇਹਨਾਂ ਦੀਆਂ ਕੁਝ ਮੰਗਾਂ ਹੈਗੀਆਂ। ਇਹਨਾਂ ਮੰਗਾਂ ਨੂੰ ਲੈ ਕੇ ਹੀ ਪਹਿਲਾਂ ਵੀ ਲਗਾਤਾਰ ਸੰਘਰਸ਼ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਫਿਰ ਹੁਣ ਸੰਘਰਸ਼ ਇਹਨਾਂ ਦਾ ਦੁਬਾਰੇ ਫਿਰ ਸ਼ੁਰੂ ਹੋਇਆ। ਤਾਂ ਤੁਸੀਂ ਦੇਖ ਰਹੇ ਹੋ ਜਿਹੜੇ ਵੀ ਆਮ ਲੋਕ ਇੱਥੇ ਕੰਮ ਕਰਾਉਣ ਵਾਸਤੇ ਆਏ ਆ ਉਹਨਾਂ ਦੇ ਕਾਰੋਬਾਰ ਕੰਮ ਜਿਹੜੇ ਨਹੀਂ ਹੋ ਰਹੇ ਕਿਉਂਕਿ ਪੈਨ ਡਾਊਨ ਸਟ੍ਰਾਈਕ ਹੈ। ਜਿਹੜੇ ਵੀ ਇੰਪਲਾਈ ਹੈਗੇ ਸਾਰੇ ਹੜਤਾਲ ਤੇ ਨੇ। ਅੱਜ ਵੱਡੀ ਦਿੱਕਤ ਹੈਗੀ ਲੋਕਾਂ ਨੂੰ ਕਿਉਂਕਿ ਦੂਰੋਂ ਦੂਰੋਂ ਪਿੰਡਾਂ ਚੋਂ ਆਏ ਆ। ਕਈਆਂ ਨੂੰ ਜਾਣਕਾਰੀ ਸੀਗੀ ਤੇ ਕਈਆਂ ਨੂੰ ਨਹੀਂ ਸੀ, ਪਰ ਇਸ ਪੈਨ ਡਾਊਨ ਸਟ੍ਰਾਈਕ ਦਾ ਆਮ ਲੋਕਾਂ ਤੇ ਇੱਕ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੰਮ ਜਿਹੜੇ ਕਰਾਉਣ ਵਾਸਤੇ ਆਏ ਆ ਪਿੰਡਾਂ ਚੋਂ ਆਏ ਆ ਉਹਨਾਂ ਦੇ ਕੰਮ ਨਹੀਂ ਹੋ ਰਹੇ। ਇੱਕ ਬਜ਼ੁਰਗ ਨੇ ਨਾਲ ਗੱਲ ਕਰਦੇ ਆ। ਕਿੱਥੋਂ ਆਏ ਹੋ ਤੁਸੀਂ? ਇੱਥੇ ਕੀ ਕਹਿੰਦੇ ਆ ਹੁਣ? ਇਹ ਸਾਡੇ ਅਸੀਂ ਬੱਚੇ ਦੇ ਸਰਟੀਫਿਕੇਟ ਤੇ ਸਾਈਨ ਕਰਾਉਣੇ ਜੀ ਤੇ ਉਹ ਕਰ ਨਹੀਂ ਰਹੇ। ਕਹਿੰਦੇ ਹੜਤਾਲ ਆ ਜੀ। ਕਹਿੰਦੇ ਜੀ ਨਹੀਂ ਹੁੰਦਾ ਹੈ। ਨਹੀਂ ਸਾਨੂੰ ਨਹੀਂ ਪਤਾ ਸੀ। ਇੱਕ ਬੱਚੇ ਦੀ ਉਹ ਹੋ ਜਾਊਗਾ ਜੀ, ਲੇਟ ਫੀਸ ਲੱਗੂਗੀ ਸਾਨੂੰ, ਐ ਹੋ ਜਾਣੀ ਜੀ। ਹਾਂ ਇਸ ਕਰਕੇ ਕਿੰਨੀ ਤਕਲੀਫ ਹੈ ਹੜਤਾਲ ਕੀਤੀ ਹੋਈ ਨੇ? ਸਾਨੂੰ ਤਾਂ ਤਕਲੀਫ ਹੀ ਹੈ ਜੀ, ਫੀਸ ਜ਼ਿਆਦਾ ਲੱਗ ਜੂਗੀ ਜੇ ਨਾ ਆਏ ਤਾਂ। ਨਹੀਂ ਤੁਹਾਨੂੰ ਇਹ ਹੜਤਾਲ ਬਾਰੇ ਜਾਣਕਾਰੀ ਸੀ? ਨਹੀਂ ਜੋ ਕੋਈ ਜਾਣਕਾਰੀ ਨਹੀਂ ਸੀ। ਨਹੀਂ ਕੱਲ ਅਸੀਂ ਆਏ ਸੀ, ਕੱਲ ਕਹਿੰਦੇ ਕੱਲ ਨੂੰ ਹੋ ਜਾਊਗਾ। ਅੱਜ ਅਸੀਂ ਫੇਰ ਆਏ। ਹਾਂਜੀ ਜੀ ਬਿਲਕੁਲ ਆ ਜਿਹੜੀ ਪੈਨ ਡਾਊਨ ਸਟ੍ਰਾਈਕ ਹੈ ਉਹਦਾ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ। ਇਹ ਜਿੰਨੇ ਇੰਪਲਾਈ ਹੈਗੇ ਇਹਨਾਂ ਦੀ ਵੱਖ-ਵੱਖ ਮੰਗਾਂ ਹੈਗੀਆਂ। ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਇੱਕ ਵਾਰੀ ਫੇਰ ਗੱਲ ਕਰਦੇ ਹਾਂ। ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇ। ਕੀ ਸ਼ੁਭ ਨਾਮ ਹੈ ਤੁਹਾਡਾ? ਮੈਂ ਨਾ ਕੇਵਲ ਬਾਂਸਲ। ਕੇਵਲ ਜੀ ਜਿਹੜੀ ਪੈਨ ਡਾਊਨ ਸਟ੍ਰਾਈਕ ਹੈਗੀ ਹੈ ਕੀ ਕਹਿਣਾ ਚਾਹੋਗੇ? ਕਾਰਨ ਕੀ ਹੈ? ਕਾਰਨ ਸਰ ਮੈਂ ਇੱਕ ਛੋਟੀ ਜਿਹੀ ਭੂਮਿਕਾ ਬੰਨ੍ਹਣਾ ਚਾਹੁੰਦਾ। ਜਦੋਂ ਸਾਈਮਨ ਕਮਿਸ਼ਨ ਆਇਆ ਸੀ ਤਾਂ ਸਾਂਡਰਸ ਦਾ ਵਿਰੋਧ ਕੀਤਾ ਸੀ। ਲਾਲਾ ਲਾਜਪਤ ਰਾਏ ਹੋਰ ਸੀ ਜਿਹੜੀ ਇਤਿਹਾਸ ਦੇ ਪੰਨੇ ਤੇ ਦਰਜ ਆ ਵੀ ਇਹ ਡਾਂਗ ਅੰਗਰੇਜ਼ੀ ਸਾਮਰਾਜ ਦੇ ਤਾਬੂ 'ਚ ਆਖਰੀ ਕਿੱਲ ਸਾਬਤ ਹੋਵੇਗੀ। ਸੋ ਉਹਨਾਂ ਨੇ ਆਜ਼ਾਦੀ ਸਾਨੂੰ ਲੈ ਕੇ ਦਿੱਤੀ। ਉਸੇ ਤਰੀਕੇ ਨਾਲ ਜੋ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ, ਇਹ ਚਿੱਠੀਆਂ ਕੱਢ ਰਹੀ ਹੈ, ਚਾਹੇ ਸਾਡਾ ਮੋਬਾਈਲ ਅਲਾਊਂਸ ਘਟਾਉਣ ਦੀ ਗੱਲ ਹੈ, ਚਾਹੇ ਸਾਨੂੰ ਡੀਏ ਨਾ ਦੇਣ ਦੀ ਗੱਲ ਹੈ, ਜਾਂ ਹੋਰ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਿਹੜੀਆਂ ਨਾ ਦੇਣ ਦੀ ਗੱਲ ਹੈ। ਸਰਕਾਰ ਸਮਝਦੀ ਹੈ ਵੀ ਅਸੀਂ ਇਸੇ ਤਰੀਕੇ ਨਾਲ ਡਾਂਗਾ ਮਾਰ ਕੇ, ਕਲਮੀ ਤੌਰ ਤੇ ਡਾਂਗਾ ਮਾਰ ਕੇ ਮੁਲਾਜ਼ਮਾਂ ਨੂੰ ਲਹੂ ਲਹਾਨ ਕਰਦੇ ਰਹਾਂਗੇ। ਪਰ ਮੈਂ ਇਸ ਮੰਚ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਇਹ ਸਰਕਾਰ ਨੂੰ ਐਲਾਨ ਕਰਨਾ ਚਾਹੁੰਦਾ ਕਿ ਆਖਰੀ ਕਿੱਲ ਹੈ ਤੁਹਾਡੇ ਤਾਬੂ 'ਚ। ਸਾਡਾ ਜਿਹੜਾ ਪੇ ਕਮਿਸ਼ਨ ਆ ਉਹਨੂੰ ਤੁਰੰਤ ਲਾਗੂ ਕਰਨਾ ਚਾਹੀਦਾ। ਜਿਵੇਂ ਅਫਸਰ ਕੈਟਾਗਰੀ ਨੂੰ ਏ ਗ੍ਰੇਡ ਦੇ ਜਿਹੜੇ ਅਧਿਕਾਰੀ ਨੇ 4/9/14 ਦਿੱਤਾ, ਜਿਹੜੇ ਥੱਲੇ 20 ਤੇ ਸੀ ਦੇ ਨੇ ਉਹਨਾਂ ਨੂੰ ਵੀ 4/9/14 ਕਰੇ। ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਹੈ, ਡੀਏ ਦੇ ਬਕਾਈ ਦੀ ਗੱਲ ਹੈ, ਕਿਸ਼ਤਾਂ ਨੂੰ ਰੈਗੂਲਰ ਕਰਨ ਦੀ ਗੱਲ ਹੈ। ਬਹੁਤ ਸਾਰੀਆਂ ਐਸੀਆਂ ਡਿਮਾਂਡਸ ਨੇ ਜਿਹੜੀਆਂ ਸਰਕਾਰ ਚੁੱਪ ਧਾਰੀ ਬੈਠੀ ਹੈ। ਉਸ ਤੋਂ ਬਿਨਾਂ ਐਸੀਆਂ ਡਿਮਾਂਡਸ ਵੀ ਨੇ ਜਿਹੜੀਆਂ ਨਾਨ ਫਾਈਨੈਂਸ਼ੀਅਲ ਨੇ, ਜਿਨ੍ਹਾਂ ਦਾ ਕੋਈ ਜ਼ਿਆਦਾ ਵਿੱਤੀ ਬੋਝ ਪੈਂਦਾ ਨਹੀਂ ਸਰਕਾਰ ਤੇ, ਪਰ ਸਰਕਾਰ ਉਸ ਗੱਲ ਤੇ ਗੱਲ ਕਰਨ ਨੂੰ ਤਿਆਰ ਨਹੀਂ। ਇਹ ਟੋਟਲ ਕਿੰਨੇ ਡਿਪਾਰਟਮੈਂਟ ਜਿਹੜੇ ਬੰਦ ਆ? ਸਾਡੇ 46 ਡਿਪਾਰਟਮੈਂਟ ਨੇ ਜਿਹੜੇ ਖਜ਼ਾਨੇ ਤੋਂ ਤਨਖਾਹ ਲੈਂਦੇ ਨੇ, ਇੰਕਲੂਡ ਜਿਹੜੇ ਸਾਡੇ ਟੈਂਪਰੇਰੀ ਜਿਹੜੇ ਬੰਦੇ ਭਰਤੀ ਹੋਏ ਨੇ ਉਹ ਬੰਦੇ ਨੇ। ਅਕੇਲਾ ਹੀ ਚਲਾ ਥਾ ਮੈਂ 92 ਮੰਜ਼ਿਲ, ਚਲਤਾ ਗਿਆ ਕਾਫਲਾ ਬਣਤਾ ਗਿਆ। ਇਹ ਅਸੀਂ ਜੋ ਤੁਰੇ ਹਾਂ ਹੁਣ ਨਵੇਂ ਸਿਰਿਓਂ ਸਰਕਾਰ ਦੇ ਤਬੂ 'ਚ ਕਿੱਲ ਠੋਕਣ ਲਈ। ਜਿੰਨੇ ਜਿਹੜੇ EMPLOYEES ਨੇ, ਜਿਹੜੇ ਸਰਕਾਰੀ ਮੁਲਾਜ਼ਮ ਨਹੀਂ ਹੈ ਪਰ ਉਹ ਜਿਹੜੇ ਭਰਤੀ ਹੋਏ ਵੇ ਨੇ ਟੈਂਪਰੇਰੀ ਤੌਰ ਤੇ, ਅਸੀਂ ਉਹ ਵੀ ਨਾਲ ਰਲਾ ਰਹੇ ਹਾਂ। ਪੈਨਸ਼ਨਰ ਯੂਨਿਟ ਤਾਂ ਪਹਿਲਾਂ ਹੀ ਸਾਡੇ ਨਾਲ ਆ ਪੂਰੇ ਪੰਜਾਬ ਦੀ। UT ਦੇ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਨਾਲ ਨੇ। ਸੈਕਟਰੀਏਟ ਸਾਰਾ ਸਾਡੇ ਨਾਲ ਹੈ, ਕੱਲਾ ਕੱਲਾ, ਚਾਹੇ ਉਹ ਨਰਸਾਂ ਨੇ ਚਾਹੇ ਉਹ ਟੀਚਰ ਨੇ, ਹਰ ਜਥੇਬੰਦੀ ਸਾਡੇ ਨਾਲ ਆ ਰਹੀ ਹੈ ਕਿਉਂਕਿ ਲੜਾਈ ਇਹ ਜਿਹੜੀ ਰਲ ਕੇ ਜਿਹੜੀ ਆ ਲੜਨੀ ਪਊਗੀ ਔਰ ਅਸੀਂ ਰਲ ਕੇ ਹੀ ਲੜ ਰਹੇ ਹਾਂ। ਜਿੰਨਾ ਚਿਰ ਸਾਨੂੰ ਸਾਡੇ ਘੋਲ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਸਰਕਾਰ ਨਾਲ ਤਿੱਖੀ ਲੜਾਈ ਲੜਾਂਗੇ। ਮੇਘ ਸਿੰਘ ਜੀ ਕੀ ਕਹਿਣਾ? ਕਾਫੀ ਲੰਬਾ ਸਮਾਂ ਹੋ ਗਿਆ ਪ੍ਰੋਟੈਸਟ ਕਰਦੇ ਹੋਏ, 1.5 ਸਾਲ ਸਰਕਾਰ ਦਾ ਰਹਿ ਗਿਆ। ਉਮੀਦ ਆ ਤੁਹਾਨੂੰ ਕੁਝ ਕਰੂਗੀ ਸਰਕਾਰ? ਸਰ ਸਾਡੇ ਨਾਲ ਇਸ ਸਰਕਾਰ ਨੇ ਚੋਣਾਂ ਸਮੇਂ ਬਹੁਤ ਵਾਅਦੇ ਕੀਤੇ ਸੀਗੇ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਪਾ ਕੇ ਇੱਥੇ ਵਾਅਦਾ ਕੀਤਾ ਸੀ ਵੀ ਅਸੀਂ ਜਿਹੜੀ ਤੁਹਾਡੀ ਪੈਨਸ਼ਨ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਪੇ ਕਮਿਸ਼ਨ ਲਾਗੂ ਕਰਾਂਗੇ, ਡੀਏ ਦੇਵਾਂਗੇ ਤੁਹਾਨੂੰ, ਏਰੀਆਰ ਦੇਵਾਂਗੇ ਤੁਹਾਨੂੰ, ਤੁਹਾਡੇ ਜਿਹੜੇ ਕੱਚੇ ਕਾਮੇ ਹੈ ਉਹ ਪੱਕੇ ਕਰਾਂਗੇ। ਪਰ ਸਰਕਾਰ ਦਾ ਵਾਅਦਾ ਵਫਾ ਨਹੀਂ ਹੋਇਆਗਾ ਔਰ ਦਿਨ ਤੋਂ ਦਿਨ ਇਹਨਾਂ ਨੇ ਸਾਡੇ ਮੁਲਾਜ਼ਮ ਵਰਗ ਦੇ ਉੱਤੇ ਕੁਹਾੜਾ ਚਲਾਇਆਗਾ। ਆ ਹੁਣ ਪਿੱਛੇ ਜੁਲਾਈ ਦੇ ਵਿੱਚ 2 ਲੈਟਰ ਇਹਨਾਂ ਨੇ ਇਸ਼ੂ ਕੀਤੇ ਨੇ। ਜਿਹੜੇ ਇੱਕ ਤਾਂ ਜਿਹੜੀ ਨਵੀਂ ਭਰਤੀ ਹੈ
ਕੈਂਤੀ ਪੈਟਰਨ ਤੇ ਹੋਊਗੀ। ਔਰ ਦੂਜਾ ਜਿਹੜਾ ਸਾਡਾ ਮੋਬਾਈਲ ਭੱਤਾ 50% ਕੱਟ ਲਾਇਆ ਹੈਗਾ। ਮੈਂ ਸਮਝਦਾ ਵੀ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਮੁਲਾਜ਼ਮਾਂ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ, ਪ੍ਰਾਈਵੇਟੇਸ਼ਨ ਕਰਨਾ ਚਾਹੁੰਦੀ ਹੈ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ 15,000 ਰੁਪਇਆ ਮੋਬਾਈਲ ਭੱਤਾ ਰਹਿ ਰਿਹਾ MLA ਮੰਤਰੀ, ਉਹ ਕਿਉਂ ਨਹੀਂ ਕੱਟ ਕਰ ਰਹੇ ਤੁਸੀਂ? ਜਿਹੜੇ ਤੁਹਾਡੇ ਮੰਤਰੀਆਂ ਦੀਆਂ MLA ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਆ, ਉਹ ਕਿਉਂ ਨਹੀਂ ਕੱਟ ਕਰ ਰਹੇ ਤੁਸੀਂ? ਖਜ਼ਾਨਾ ਤੁਹਾਡਾ ਭਰਪੂਰ ਹੋ ਜਾਊਗਾ। ਇਸ ਕਰਕੇ ਸਾਡੇ 'ਚ ਬਹੁਤ ਜ਼ਿਆਦਾ ਜੋਸ਼ ਹੈ। ਔਰ ਸਾਡੀਆਂ 46 ਜਥੇਬੰਦੀਆਂ ਜਿਹੜੀਆਂ ਅੱਜ 46 ਮਹਿਕਮੇ ਹੈ ਸਮੇਤ ਸਾਡੀਆਂ ਫੈਡਰੇਸ਼ਨਾਂ, ਸਾਡੇ ਪੈਨਸ਼ਨਰ ਔਰ ਜਿਹੜੇ ਹੋਰ ਆਪਣੇ ਪੰਜਾਬ ਐਂਡ ਡਿਊਟੀ ਮੁਲਾਜ਼ਮ ਐਂਡ ਪੈਨਸ਼ਨ ਫਰੰਟ, ਸਾਰਾ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਸੀ 28 ਜੁਲਾਈ ਨੂੰ। ਸਾਰਾ ਇਕੱਠਾ ਐਕਸ਼ਨ ਦਿੱਤਾ ਹੋਇਆ। PSMU ਨੇ ਪਹਿਲਾਂ ਤਾਂ ਸੀ, ਉਹਨੂੰ ਸਾਰੀਆਂ ਜਥੇਬੰਦੀਆਂ ਅਡਾਪਟ ਕੀਤਾ ਹੋਇਆਗਾ। ਸਾਡਾ ਅੱਜ ਪਹਿਲਾ ਦਿਨ ਹੈ। ਪਹਿਲੇ ਦਿਨ ਹੀ ਆ ਦੇਖ ਲਓ ਸੁੰਨਸਾਨ ਪਈ ਹੈ। ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਹੈਗਾ ਅਸੀਂ ਇਹ 15 ਅਗਸਤ ਨੂੰ ਜਿਹੜੇ ਵਿੱਤੀ ਗੁਲਾਮੀ ਦੇ ਕਾਲੇ ਝੰਡੇ ਲਹਿਰਾਉਣਗੇ ਸਾਡੇ ਸਾਰੇ ਮੁਲਾਜ਼ਮ ਤੇ ਪੈਨਸ਼ਨਰ। ਔਰ ਸਰਕਾਰ ਨੂੰ ਦੱਸ ਦਿਆਂਗੇ ਵੀ ਮੁਲਾਜ਼ਮ ਕੀ ਹੁੰਦਾ ਹੈ। ਅਸੀਂ ਇਹਨਾਂ ਨੂੰ ਪੌੜੀਆਂ ਚੜ੍ਹਨ ਦਾ ਵਿਧਾਨ ਸਭਾ ਦੇ ਸਾਡਾ ਚੇਤਾਵਨੀ ਹੈ ਮੇਰੀ ਪੰਜਾਬ ਸਰਕਾਰ। ਪੈਨਸ਼ਨਾਂ ਦੀ ਕੀ ਡਿਮਾਂਡ ਹੈ ਜੀ? ਤੁਸੀਂ ਵੀ ਨਾਲ ਹੋ ਸੰਘਰਸ਼ ਦੇ ਵਿੱਚ, ਕੀ ਕਹਿਣਾ ਚਾਹੋ? ਪੈਨਸ਼ਨਾਂ ਦਾ ਸਰ ਇਹ ਆ ਵੀ ਜਿਹੜੇ ਸਾਡੇ 114 ਤੋਂ ਪੈਨਸ਼ਨ ਬੰਦ ਕੀਤੀ ਆ, ਇੱਕ ਤਾਂ ਉਹ ਲਾਗੂ ਕਰਨੀ ਆ। ਇੱਕ ਜਿਹੜਾ DA ਆ, DA ਦੀਆਂ ਜਿਹੜੀਆਂ ਸਾਡੀਆਂ 4-5 ਕਿਸ਼ਤਾਂ ਪਈਆਂ ਨੇ ਉਹ ਨਹੀਂ ਦੇ ਰਹੇ। ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਹੀ ਲਾਗੂ ਨਹੀਂ ਕਰ ਰਹੇਗੇ। ਹੋਰ ਜਿਹੜਾ ਮੋਬਾਈਲ ਭੱਤੇ ਦਾ ਜਿਸ ਤਰ੍ਹਾਂ ਕੀਤਾ ਗਾ ਸੈਂਟਰ ਪੈਟਰਨ ਤੇ ਜਿਹੜਾ ਸਭ ਤੋਂ ਜਿਹੜਾ ਮਾੜਾ ਇਹਨਾਂ ਨੇ ਫੈਸਲਾ ਕੀਤਾ ਗਾ ਉਹ ਸੈਂਟਰ ਪੈਟਰਨ ਤੇ ਜਿਹੜਾ ਪੈਨਸ਼ਨ ਪੇ ਸਕੇਲ ਦੇਣ ਦਾ ਕੀਤਾ ਗਾ। ਕਿਉਂਕਿ ਅਸੀਂ ਲਗਾਤਾਰ ਸੈਂਟਰ ਦੇ ਪੇ ਸਕੇਲ ਕਮਿਸ਼ਨ ਤੋਂ ਡੀਲਿੰਕ ਕਰਾ ਕੇ ਸਾਡੇ ਵਧੀਆ ਸਕੇਲ ਬਣਦੇ ਸੀ। ਸਰਕਾਰ ਨੇ ਇੱਕ ਸਦਨ ਕਸਾਈ ਵਾਲੀ ਗੱਲ ਕੀਤੀ ਆ। ਇਹ ਬਹੁਤ ਬੁਰਾ ਜਿਹੜਾ ਫੈਸਲਾ ਕੀਤਾ ਗਾ। ਜਿੱਥੇ ਇਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ, ਜਿੱਥੇ ਇਹਨਾਂ ਨੇ ਸਾਡਾ ਇਹ ਪ੍ਰੋਵੀਜ਼ਨ ਪੀਰੀਅਡ 3 ਸਾਲ ਦਾ ਸੀਗਾ ਉਸ ਦਾ 2 ਸਾਲ ਕੀਤਾ ਗਾ। ਉਸ ਨੂੰ ਸਰਵਿਸ ਸਕਿਨ ਦਾ ਕੀਤਾ ਗਾ, ਉਸ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਪਰ ਜਿਹੜੀਆਂ ਇਹ ਮਾੜੇ ਫੈਸਲੇ ਲੈ ਰਹੇ ਨੇ ਇਸ ਵਿੱਚ ਚੇਤਾਵਨੀ ਦਿੰਦੇ ਹਾਂ ਵੀ ਆਉਣ ਵਾਲੇ ਦਿਨਾਂ ਜੋ ਸੰਘਰਸ਼ ਤੇਜ਼ ਹੋਊਗਾ ਉਸ ਦੀ ਅਸੀਂ ਕਲਾਸ 4 ਗਵਰਨਮੈਂਟ ਐਮਪਲਾਈ ਯੂਨੀਅਨ ਵੱਲੋਂ ਡਟ ਕੇ ਸਪੋਰਟ ਕਰਾਂਗੇ ਔਰ ਇਹਨਾਂ ਦਾ ਵਿਰੋਧ ਕਰਾਂਗੇ। ਕੀ ਕਹਿਣਾ ਜੀ ਤੁਹਾਡਾ? ਸੰਘਰਸ਼ ਲਗਾਤਾਰ ਕਾਫੀ ਲੰਬਾ ਸਮਾਂ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਰੇਂਗ ਰਹੀ ਹੈ। ਅੱਜ ਫਿਰ ਪੈਂਡਰਾਮ ਸਟ੍ਰਾਈਕ ਹੈਗੀ, ਕੀ ਕਹਿਣਾ? 3.5 ਸਾਲ ਹੋ ਗਏ ਸਰਕਾਰ ਬਣੀ ਨੂੰ। ਸਾਡੀਆਂ ਪੁਰਾਣੀਆਂ ਮੰਗਾਂ ਜਿਹਦੇ ਵਿੱਚ ਓਲਡ ਪੈਨਸ਼ਨ ਸਕੀਮ ਸੀਗੀ 2015 ਤੋਂ ਲੈ ਕੇ DA ਦਾ ਬਕਾਇਆ ਖੜਾ ਹੈ। 18 ਤੋਂ ਲੈ ਕੇ ਅੱਜ 20 ਤੱਕ 3 ਕਿਸ਼ਤਾਂ 4 ਕਿਸ਼ਤਾਂ ਸਾਡੀਆਂ ਜਿਹੜੀਆਂ DA ਦੀਆਂ ਪਈਆਂ ਨੇ। ਔਰ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਔਰ ਜਿਹੜੇ ਹੈ ਸਾਡੇ ਕੱਚੇ ਕੰਮ ਉਹ ਪੱਕੇ ਕਰਨ ਵਾਸਤੇ ਬਸ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਤਾਂ ਕੀ ਮੰਨਣੀਆਂ ਸੀ, ਸਗੋਂ ਸਾਡੇ ਤੇ ਉਲਟਾ ਘੁਆੜਾ ਚੜਾ ਦਿੱਤਾ ਇਹਨਾਂ ਨੇ ਕਿ ਜਿਹੜੇ ਨਵੇਂ ਬੱਚੇ ਭਰਤੀ ਕਰਨੇ ਆ ਉਹ ਸੈਂਟਰਲ ਸਕੇਲ ਤੇ ਲਾਗੂ ਕਰਨੇ ਆ। ਉਹ ਅਜੇ ਅੱਗ ਸੁਲਝਦੀ ਪਈ ਸੀ ਕਿ ਇਹਨਾਂ ਨੇ ਉਸ ਤੋਂ ਬਾਅਦ ਸਾਡਾ ਜਿਹੜਾ 50% ਆਪਣਾ ਮੋਬਾਈਲ ਭੱਤਾ ਘਟਾ ਦਿੱਤਾ। ਸਾਨੂੰ 600 ਜਾਂ 500 ਰੁਪਈਆ ਜਾਂ 400 ਰੁਪਈਆ ਮੋਬਾਈਲ ਭੱਤਾ ਮਿਲਦਾ ਹੈ। ਇਹ 15,000 ਰੁਪਇਆ MLA ਜਿਹੜੇ ਮੰਤਰੀ ਨੂੰ 15,000 ਮਹੀਨੇ ਦਾ ਲੈਂਦੇ ਆ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਹਰ ਇੱਕ ਕੰਪਨੀ ਮੋਬਾਈਲ ਕੰਪਨੀਆਂ 350 ਦਾ ਜਾਂ 400 ਜਾਂ 500 ਦਾ ਪੈਕ ਦਿੰਦੀ ਹੈ ਮਹੀਨੇ 'ਚ ਅਨਲਿਮਟਿਡ। ਇਹਨਾਂ ਦਾ ਕਿਹੜਾ ਮੋਬਾਈਲ ਹੈ ਜਿਹੜਾ 15,000 ਰੁਪਇਆ ਮਹੀਨੇ ਦਾ ਖਾ ਜਾਂਦਾ? ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ 'ਚ ਅਸੀਂ ਆਪਣੇ ਵਾਪਸ ਨਹੀਂ ਆਵਾਂਗੇ। ਸਾਡੀ ਮਿਨਿਸਟਰੀ ਯੂਨੀਅਨ ਜਿਹੜੀ ਹੈ ਇਨਸਾਫ ਪਸੰਦ ਯੂਨੀਅਨ ਹੈ। ਅਸੀਂ ਵਾਰ-ਵਾਰ ਕਦੇ ਸੜਕਾਂ ਤੇ ਨਹੀਂ ਆਏ, ਮਜਬੂਰ ਹੋ ਕੇ ਅਸੀਂ ਸੜਕਾਂ ਤੇ ਆਏ ਹਾਂ। ਹੁਣ ਮੰਗਾਂ ਬਣਾ ਕੇ ਫੇਰ ਹੀ ਦਫ਼ਤਰ ਜਾਵਾਂਗੇ ਜੀ। ਧੰਨਵਾਦ ਜੀ। ਬਿਲਕੁਲ ਇਹ ਪੈਨ ਡਾਊਨ ਸਟ੍ਰਾਈਕ ਹੈਗੀ ਹੈ ਤੇ ਇਹ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਈਏ ਅਸੀਂ ਜਿਹੜੇ ਦਫ਼ਤਰ ਹੈਗੇ ਆ ਸਾਰੇ ਕਰਮਚਾਰੀਆਂ ਨੇ ਜਿਹੜਾ ਕੰਮ ਹੈ ਉਹ ਬੰਦ ਕੀਤਾ ਹੋਇਆ। ਪੈਨ ਡਾਊਨ ਸਟ੍ਰਾਈਕ ਹੈ ਕਿਉਂਕਿ ਸਰਕਾਰ ਮੰਗਾਂ ਪੂਰੀਆਂ ਨਹੀਂ ਕਰ ਰਹੀਆਂ, ਲਗਾਤਾਰ ਇਹ ਸੰਘਰਸ਼ ਕਰ ਰਹੇ ਆ। ਇਸ ਕਰਕੇ ਆਮ ਲੋਕਾਂ ਦੀ ਕਿਤੇ ਨਾ ਕਿਤੇ ਖੱਜਲ ਖੁਆਰੀ ਵਧੀ ਆ। ਤਾਂ ਇਸ ਪੈਨ ਡਾਊਨ ਸਟ੍ਰਾਈਕ ਦਾ ਜਿਹੜਾ ਖਾਸਾ ਅਸਰ ਹੈ ਉਹ ਬਠਿੰਡਾ 'ਚ ਦੇਖਣ ਨੂੰ ਮਿਲ ਰਿਹਾ। ਇਹ ਜਿਹੜੇ ਆਫਿਸ ਨੇ ਇੱਕ ਵਾਰ ਤੁਹਾਨੂੰ ਦਿਖਾਉਂਦੇ ਹਾਂ ਅਸੀਂ, ਦਫ਼ਤਰ ਜਿਹੜੇ ਆ ਖੁੱਲੇ ਹੋਏ ਆ ਪਰ ਸਟ੍ਰਾਈਕ ਕਰਕੇ ਕਾਰੋਬਾਰ ਜਿਹੜਾ ਅੰਦਰ ਕੰਮ ਸਰਕਾਰੀ ਦਫ਼ਤਰਾਂ ਜਿਹੜਾ ਕੰਮ ਹੈ ਉਹ ਨਹੀਂ ਹੋ ਰਿਹਾ। ਇਹ ਤਸਵੀਰ ਤੁਹਾਨੂੰ ਬਠਿੰਡਾ ਦੇ ਅਸੀਂ ਦਿਖਾ ਰਹੇ ਜਿੱਥੇ ਸਰਕਾਰੀ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਪੈਨ ਡਾਊਨ ਸਟ੍ਰਾਈਕ ਕੀਤੀ ਗਈ ਹੈ। ਤਾਂ ਇਸ ਸਟ੍ਰਾਈਕ ਦੇ ਦੌਰਾਨ ਜਿੰਨੇ EMPLOYEE ਹੈਗੇ ਆ ਉਹਨਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਤੇ ਇਸ ਰੋਸ ਦੇ ਜ਼ਰੀਏ ਅੱਜ ਕੋਈ ਵੀ ਕੰਮ ਸਰਕਾਰੀ ਦਫ਼ਤਰਾਂ 'ਚ ਨਹੀਂ ਹੋ ਰਿਹਾ। ਇਸ ਕਰਕੇ ਇੱਕ ਸਰਕਾਰ ਦੇ ਖਿਲਾਫ ਚੇਤਾਵਨੀ ਹੈ ਕਿ ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ 'ਚ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਇਹ ਜਿਹੜੀ ਪੈਨ ਡਾਊਨ ਸਟ੍ਰਾਈਕ ਹੈਗੀ ਅੱਗੇ ਕੋਈ ਵੱਡਾ ਸੰਘਰਸ਼ ਵੀ ਖੜਾ ਹੋ ਸਕਦਾ ਹੈ। ਤੇ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਵੀ ਕਾਫੀ ਖੱਜਲ ਖੁਆਰੀ ਇੱਥੇ ਹੋਣੀ ਪਈ ਹੈ। ਇਹ ਜਿਹੜੇ ਮੇਰੇ ਪਿੱਛੇ ਤੁਸੀਂ ਦਫ਼ਤਰ ਦੇਖ ਰਹੇ ਹੋ, ਰੋਜ਼ਾਨਾ ਲੋਕ ਇੱਥੇ ਪਹੁੰਚਦੇ ਆ ਆਪਣੇ ਕਾਰੋਬਾਰ, ਜੇ ਕਿਸੇ ਨੇ ਸਰਕਾਰੀ ਦਫ਼ਤਰ ਕੰਮ ਕਰਾਉਣਾ ਹੈ, ਕੁਝ ਵੀ ਕਰਾਉਣਾ ਹੈ। ਪਰ ਅੱਜ ਇਸ ਪੈਨ ਡਾਊਨ ਸਟ੍ਰਾਈਕ ਕਰਕੇ ਵੱਡੀ ਮੁਸ਼ਕਲਾਂ ਹੈਗੀਆਂ। ਸਾਰੇ ਸ਼ਹਿਰ ਦੇ ਲੋਕ ਜਿਹੜੇ ਦੂਰੋਂ ਦੂਰੋਂ ਪਿੰਡਾਂ ਤੋਂ ਪਹੁੰਚਦੇ ਆ ਉਹਨਾਂ ਨੂੰ ਵੱਡੀ ਮੁਸ਼ਕਲ ਹੈ। ਇੱਕ ਤਸਵੀਰ ਤੁਹਾਨੂੰ ਤਹਿਸੀਲ ਕੰਪਲੈਕਸ ਤੇ ਦਿਖਾ ਦਈਏ ਜਿੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਲੋਕ ਇੱਥੇ ਆਪਣੇ ਕੰਮ ਕਰਵਾਉਣ ਵਾਸਤੇ ਪਹੁੰਚਦੇ ਆ ਪਰ ਅੱਜ
ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਜਾ ਰਿਹਾ। ਇਹ ਸਾਰੇ EMPLOYE ਨੇ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਤੋਂ ਜਿਹੜੀ ਮੰਗ ਕੀਤੀ ਹੈ ਕਿ ਸਾਡੀਆਂ ਮੰਗਾਂ ਪੂਰੀ ਕਰਨੀ ਚਾਹੀਦੀ ਹੈ, ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ। तमाम ਇਹ ਚੀਜ਼ਾਂ ਨੂੰ ਲੈ ਕੇ ਅੱਜ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ। ਹਾਲ ਇਹ ਦਫ਼ਤਰ ਜਿਹੜਾ ਅੰਦਰੋਂ ਖਾਲੀ ਪਿਆ, ਕੋਈ ਵੀ ਕਰਮਚਾਰੀ ਅੱਜ ਕੰਮ ਨਹੀਂ ਕਰ ਰਿਹਾ। ਜਿਹੜੇ ਲੋਕ ਇੱਥੇ ਪਹੁੰਚੇ ਦੂਰ ਦਰਾਜ਼ ਦੇ ਪਿੰਡਾਂ ਤੋਂ ਆਏ ਆ, ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇਹ ਜਿਹੜੀ ਸਟ੍ਰਾਈਕ ਹੋਈ ਹੈ, ਇਹ ਸਟ੍ਰਾਈਕ ਨਾਲ ਆਮ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋਇਆ, ਕਿਉਂਕਿ ਪਿੰਡਾਂ ਚੋਂ ਆਉਣ ਵਾਲੇ ਕਈ ਲੋਕ ਐਸੇ ਜਿਨ੍ਹਾਂ ਨੂੰ ਇਸ ਹੜਤਾਲ ਦੇ ਬਾਰੇ ਜਾਣਕਾਰੀ ਨਹੀਂ ਸੀ, ਪਰ ਜਦੋਂ ਇੱਥੇ ਪਹੁੰਚੇ ਤਾਂ ਹੜਤਾਲ ਦਾ ਪਤਾ ਲੱਗਿਆ ਤਾਂ ਵਾਪਸ ਉਹਨਾਂ ਨੂੰ ਮੁੜਨਾ ਪਿਆ। ਸਰਕਾਰੀ ਕਰਮਚਾਰੀ ਨੇ ਸਾਰੇ ਅੱਜ ਜਿੰਨੇ ਵੀ ਡਿਪਾਰਟਮੈਂਟ ਹੈਗੇ ਸਾਰਿਆਂ ਨੇ ਸਟ੍ਰਾਈਕ ਕੀਤੀ ਹੈ, ਪੈਨ ਡਾਊਨ ਸਟ੍ਰਾਈਕ ਹੈ, ਤੇ ਪੰਜਾਬ ਦੀ ਸਰਕਾਰ ਤੋਂ ਖਾਸ ਤੌਰ ਤੇ ਮੰਗ ਕਰ ਰਿਹਾ ਕਿ ਜਿਹੜੀ ਵੀ ਉਹਨਾਂ ਦੀ ਡਿਮਾਂਡ ਹੈਗੀਆਂ ਪੂਰੀਆਂ ਕੀਤੀਆਂ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਪੰਜਾਬ ਸਰਕਾਰ ਦੇ ਖਿਲਾਫ ਛੇੜਿਆ ਜਾ ਸਕਦਾ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਸਰਕਾਰ ਇਸ ਪੈਨ ਡਾਊਨ ਸਟ੍ਰਾਈਕ ਤੋਂ ਬਾਅਦ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਕਰਦੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਇਸ ਤਰ੍ਹਾਂ ਦੀ ਸਟ੍ਰਾਈਕ ਜਿਹੜੀ ਦੇਖਣ ਨੂੰ ਮਿਲੇਗੀ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।